ਮਾਨ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਹੁਣ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਆਪਣੇ ਵੀਜ਼ਾ ਦੀਆਂ ਸ਼ਰਤਾਂ ਨਰਮ ਕਰ ਦਿੱਤੀਆਂ ਨੇ। ਕੀ ਜਾ ਰਹੇ ਹੋ ਯੂਕਰੇਨ ਮਾਨ ਸਿੰਘ ਮਾਨ ਉਹਨਾਂ ਨੂੰ ਨਾਲ ਲੈ ਕੇ? ਹਾਂ, ਅਸੀਂ ਜਾਵਾਂਗੇ, ਪਰ ਸਾਨੂੰ ਕੋਈ ਆਨਸਰ ਅਜੇ ਤੱਕ ਯੂਕਰੇਨ ਦੀ ਐਮਬੈਸੀ ਤੋਂ ਨਹੀਂ ਮਿਲ ਰਿਹਾ ਹੈਗਾ। ਅਸੀਂ ਰੋਜ਼ ਇਨ ਟੱਚ ਹੈਗੇ ਹਾਂ। ਉਹਨਾਂ ਦੀ ਸਰਕਾਰ ਹੈ ਨਹੀਂ ਗੀ ਯੂਕਰੇਨ ਦੇ ਵਿੱਚ, ਅਤੇ ਉਹਨਾਂ ਦੀ ਐਮਬੈਸੀ ਨਹੀਂ ਫੰਕਸ਼ਨ ਕਰ ਰਹੀ। ਪਾਣੀ ਇੰਦਰਾ ਗਾਂਧੀ ਜੀ ਨੇ 60 ਸਾਲ ਪਹਿਲਾਂ ਅਨਾਊਂਸ ਕੀਤਾ ਸੀ ਕਿ ਅਸੀਂ ਰੋਟੀ ਕੱਪੜਾ ਮਕਾਨ ਦੇਵਾਂਗੇ। ਹੁਣ ਤੁਸੀਂ ਦੱਸੋ, ਗਰੀਬਾਂ ਦੇ ਕੋਲੇ ਰੋਟੀ ਕੱਪੜਾ ਮਕਾਨ ਅਜੇ ਤੱਕ ਹੈਗਾ? ਕੌਨਸਟੀਟਿਊਸ਼ਨ ਦੀ ਆਰਟੀਕਲ 25 ਕਹਿੰਦੀ ਹੈ ਕਿ ਇਹ ਸਿੱਖ ਕੈਨ ਵੇਅਰ ਹਿਜ਼ ਕਿਰਪਾਨ ਐਂਡ ਕੈਰੀ ਹਿਜ਼ ਕਿਰਪਾਨ, ਫਿਰ ਮੈਂ ਲੈ ਕੇ ਜਾਊਂਗਾ। ਪਰ ਜੇ ਹਿੰਦੂ ਕੌਮ ਮੈਨੂੰ ਨਹੀਂ ਆਫਰ ਕਰੂਗੀ, ਮੈਂ ਹਿੰਦੂ ਕੌਮ ਦੀ ਜ਼ਲਾਲਤ ਝੱਲਣ ਦੇ ਲਈ ਤਿਆਰ ਨਹੀਂ ਹੋਊਂਗਾ। ਅਤੇ ਅਜੇ ਤੱਕ ਇੰਦਰਾ ਗਾਂਧੀ ਜੀ, ਜਿਹਨੂੰ ਅਡਵਾਨੀ ਜੀ ਨੇ ਕਿਹਾ ਸੀਗਾ ਕਿ ਬਲੂ ਸਟਾਰ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ, ਅਤੇ ਵਾਜਪਾਈ ਸਾਹਿਬ ਨੇ ਕਿਹਾ ਸੀ ਇੰਦਰਾ ਗਾਂਧੀ ਹੁਣ ਸਾਡੀ ਦੁਰਗਾ ਮਾਤਾ ਹੈਗੀ ਹੈ। ਫਿਰ ਦੁਰਗਾ ਮਾਤਾ ਦੀ ਗੱਲ ਅਜੇ ਤੱਕ ਆਪਾਂ ਨੇ ਕਿਉਂ ਨਹੀਂ ਅਪਣਾਈ? ਕਿਉਂ ਰੋਟੀ ਕੱਪੜਾ ਮਕਾਨ ਸਾਡੇ ਗਰੀਬਾਂ ਦੇ ਕੋਲੇ ਕਿਉਂ ਨਹੀਂ ਹੈ? ਸਭ ਤੋਂ ਵੱਡੇ ਡਰੱਗ ਲਾਰਡ ਜਿਹੜਾ ਚਿੱਟਾ, ਸਮੈਕ, ਹੈਰੋਇਨ, ਇਹ ਸਾਰੇ ਪਿੰਡਾਂ ਦੇ ਵਿੱਚ ਫੈਲਾਉਂਦਾ ਸੀ, ਉਸ ਨੂੰ ਤਾਂ ਜ਼ਮਾਨਤ ਦੇਤੀ ਹੈ। ਅਤੇ ਜਿਹੜਾ MLA ਬਲਾਤਕਾਰ ਅਤੇ ਜਬਰ ਜਨਾਹ ਕਰਕੇ ਆਇਆ ਸੀ, ਉਸ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇਤੀ ਹੈ। ਤਾਂ ਫਿਰ ਅਸੀਂ ਕੀ ਅਤਬਾਰ ਰੱਖ ਸਕਦੇ ਹਾਂ ਇਹੋ ਜਿਹੀ ਜੁਡੀਸ਼ਰੀ ਦੇ ਉੱਤੇ ਕਿ ਉਹ ਸਿੱਖਾਂ ਦੇ ਨਾਲ ਇਨਸਾਫ ਕਰੂਗੀ? ਇੰਡੀਅਨ ਪ੍ਰੈਸ ਨੇ ਮੇਰਾ ਬੋਇਕਾਟ ਕਰਕੇ ਰੱਖਿਆ। ਬੇਸ਼ੱਕ ਟ੍ਰਿਬਿਊਨ ਹੋਵੇ, ਇੰਡੀਅਨ ਐਕਸਪ੍ਰੈਸ ਹੋਵੇ, ਟਾਈਮਸ ਆਫ ਇੰਡੀਆ ਹੋਵੇ, ਹਿੰਦੁਸਤਾਨ ਟਾਈਮਸ ਹੋਵੇ, UN ਹੋਵੇ, PTI ਹੋਵੇ, ਮੈਨੂੰ ਵਜ੍ਹਾ ਨਹੀਂ ਦੱਸੀ ਇੰਡੀਅਨ ਪ੍ਰੈਸ ਨੇ ਕਿ ਮੇਰਾ ਇੰਨੇ ਸਾਲ ਬੋਇਕਾਟ ਕਿਉਂ ਕੀਤਾ ਹੈ। ਤਾਂ ਮੇਜਰਮੈਂਟ ਸੀ ਕਿਰਪਾਨ ਦਾ, ਤੁਸੀਂ ਕਹਿੰਦੇ ਸੀ ਵੱਧ ਲੰਬੀ ਲੈ ਕੇ ਜਾਣਾ, ਤੇ ਉਹ ਕਹਿੰਦੇ ਸੀ 6 ਇੰਚ ਦੀ ਲਓ। ਨਹੀਂ ਪੰਡਿਤ ਜੀ, there is no restriction in the constitution. If the constitution says you can wear the kirpan which is 7 inches long and carry the kirpan, then it is understood that this kirpan would go into parliament. ਮੋਦੀ ਸਰਕਾਰ ਦਾ ਰਿਸ਼ਤਾ ਰੂਸ ਦੇ ਨਾਲ ਇੱਡਾ ਵਧੀਆ, ਫਿਰ ਇੰਡੀਆ ਦੀ ਇੰਟੈਲੀਜੈਂਸ IB ਅਤੇ ਮਿਲਟਰੀ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰਨਾ? ਜੇ ਇੰਟੈਲੀਜੈਂਸ ਏਜੰਸੀਆਂ ਨੇ ਮੋਦੀ ਨੂੰ ਨਹੀਂ ਦੱਸਿਆ, ਇਸ ਕਰਕੇ ਸਾਡੇ ਉੱਥੇ ਡਾਕਟਰ ਫਸੇ ਹੋਏ ਹੈ। ਇਹ ਪੂਰੀ ਅਣਗਹਿਲੀ ਹੈ ਮੋਦੀ ਸਰਕਾਰ, BJP RSS ਦੀ। ਅੱਜ ਸਰਦਾਰ ਕੁਸ਼ਲਪਾਲ ਸਿੰਘ ਜੀ ਨੇ ਆਪਣੇ ਪਾਪਾ ਜੀ ਦੀ ਬਰਸੀ ਦੇ ਉੱਤੇ ਬਹੁਤ ਵੱਡਾ ਉਦਮ ਕੀਤਾ ਹੈ, ਜਿਹੜਾ ਕਿ ਇੱਡੀ ਵੱਡੀ ਮੀਟਿੰਗ ਸਾਰੀ ਕੌਮ ਦੇ ਮੈਂਬਰਾਂ ਦੀ ਬੁਲਾਈ ਹੈ। ਜੋ ਕੁਛ ਘੱਟ ਗਿਣਤੀ ਜਿਹੜੇ ਲੋਕ ਇੰਡੀਆ ਦੇ ਵਿੱਚ ਰਹਿੰਦੇ ਹੈ, ਉਹਨਾਂ ਨਾਲ ਹੋ ਰਿਹਾ। ਮੇਰੇ ਲਈ ਸਪੈਸ਼ਲੀ ਅੱਜ ਬੜਾ ਕਰਮਾਂ ਵਾਲਾ ਦਿਨ ਹੈ, ਕਿਉਂ ਕਰਕੇ 2004 ਤੋਂ ਬਾਅਦ ਅੱਜ ਤੱਕ ਇੰਡੀਅਨ ਪ੍ਰੈਸ ਨੇ ਮੇਰਾ ਬੋਇਕਾਟ ਕਰਕੇ ਰੱਖਿਆ। ਬੇਸ਼ੱਕ ਟ੍ਰਿਬਿਊਨ ਹੋਵੇ, ਇੰਡੀਅਨ ਐਕਸਪ੍ਰੈਸ ਹੋਵੇ, ਟਾਈਮਸ ਆਫ ਇੰਡੀਆ ਹੋਵੇ, ਹਿੰਦੁਸਤਾਨ ਟਾਈਮਸ ਹੋਵੇ, UN ਹੋਵੇ, PTI ਹੋਵੇ, ਮੈਨੂੰ ਵਜ੍ਹਾ ਨਹੀਂ ਦੱਸੀ
इंडियन प्रेस ने कि मेरा इन्ने साल बॉयकॉट क्यों किया है, क्यों करके साडी पार्टी है जिहड़ी एक मिनोरिटी नूं रिप्रजेंट ते नुमाइंदगी करती है कि इस मुल्क दे विच राष्ट्रवाद हिंदुत्वा वध गया है कि असी जिहड़े घट गिनती के लोग है असी प्रेस के योग नहीं है। ये सारा कुछ क्लीयर करना पऊगा क्यों करके जिहड़ी इंडियन प्रेस है जे ये फ्री ते आज़ाद ना रही तो फिर इहदा फायदा किसी नूं होना नहीं। बाहर दियां जिन्नियां भी खबरां दियां एजेंसीज़ है उन्होंने इंडियन प्रेस के उत्ते एतबार नहीं करना। अज साडी मीटिंग दे विच जिहड़ी इंडिया दे विच कहंदी है रिलीजियस फ्रीडम है ते ह्यूमन राइट्स है उहदे ते गल्लां होईयां। असी इस नतीजे ते पहुँचे हैं कि घट गिनतियां दे लई धार्मिक आज़ादी इत्थे खत्म हो गई है ते जे सिखां दे मसले हैगे है गुरु ग्रंथ साहब दे वो भी जिहड़ी तफ्तीश हो रही सी 2015 दे विच 328 महाराज के स्वरूप SGPC ने बेचते है गुम करते है। अजे तक सानू कोई पता नहीं लग्या ते जिहड़े हाई कोर्ट के जज है शेखवात सागवान बजाज जिहड़ी तफ्तीश धार्मिक ग्रंथां की बेअदबी की हो रही सी उहदे उत्ते ये 3 हाई कोर्ट जज्जां ने रोक लाई हुई है। असी हैरान हाँ कि हाई कोर्ट ने अपने बंदे बचाउण दे लई बादल सैनी सुखबीर राम रहीम साडी तफ्तीश दे उत्ते क्यों रोक लाई है। उन्होंने उलंघना जज्जा ने की आर्टिकल 25 की जिहड़ी आज़ादी दिंदी है धार्मिक ते वो जज्जा नूं पता लगना चाहिए कि अज तुहाडा नाम घट गिनतियां दे विच बिल्कुल बदनाम होया होया। मुसलमानां दी गल करिए हजाब दी उन्हां दे उत्ते पाबंदी लग गई है। जिथे हजाब दे उत्ते पाबंदी लगी है उत्थे सिखां दियां बीबियां दे उत्ते जिहड़ा ओह पटका पाउंदी है केसकी पाउंदी है उहदे उत्ते भी रोक लग गई है ते 8 महीनों के लिए जिहड़ी सब तो वड्डी मसीत है श्रीनगर दी हज़रत बल उत्थे जुम्मे की नमाज नहीं पढ़न दिती। ये सारिया चीज़ां जिहड़ी धार्मिक आज़ादी खत्म करती है घट गिनतियां दे ह्यूमन राइट्स खत्म करते है ते जदों मोदी सरकार का रिश्ता रूस के नाल इतना वधिया फिर इंडिया की इंटैलीजेंस रॉ IB ते मिलिटरी इंटैलीजेंस नूं क्यों नहीं पता लग्या कि रूस ने यूक्रेन के उत्ते हमला करना। जे इंटैलीजेंस एजेंसियां ने मोदी नूं नहीं दस्या इस करके साडे उत्थे डॉक्टर फसे हुए है। ये पूरी अनगहली है मोदी सरकार BJP RSS दी ते 1920 जदों चीन ने लद्दाख के उत्ते हमला किया है उदों भी रॉ ने ते इंटैलीजेंस ब्यूरो ते मिलिटरी इंटैलीजेंस ने अपनी सरकार नूं अगाऊं खबर नहीं दिती कि चीन लद्दाख के उत्ते हमला करने वाला है। पर क्यों करके हिंदुत्व का कदे
ਇਤਿਹਾਸ ਦੇ ਵਿੱਚ ਰਾਜ ਨਹੀਂ ਰਿਹਾ। ਇਸ ਕਰਕੇ ਇਹਨਾਂ ਨੂੰ ਹਕੂਮਤ ਕਰਨੀ ਨਹੀਂ ਆਉਂਦੀ। ਜਿਹੜਾ ਰੌ ਦਾ ਮੁਖੀ ਹੈ, IB ਦਾ ਮੁਖੀ ਹੈ, ਹੋਮ ਮਿਨਿਸਟਰੀ ਦਾ ਸੈਕਟਰੀ ਹੈ, ਜਿਨ੍ਹਾਂ ਨੇ ਇਤਲਾਹ ਅਗਾਊਂ ਸਰਕਾਰ ਨੂੰ ਨਹੀਂ ਦਿੱਤੀ, ਉਹਨਾਂ ਤਿੰਨਾਂ ਨੂੰ 2-2 ਸਾਲ ਉਹਨਾਂ ਦੀ ਨੌਕਰੀ ਦੇ ਵਿੱਚ ਵਾਧਾ ਕੀਤਾ ਗਿਆ। ਇਹ ਹਿੰਦੂਤਵਾ ਕਿਵੇਂ ਇਸ ਮੁਲਕ ਨੂੰ ਚਲਾਊਗੀ ਜਦੋਂ ਇਹ ਨਿਜ਼ਾਮ ਚਲਾ ਹੀ ਨਹੀਂ ਸਕਦੀ। ਸੋ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਸਰਦਾਰ ਕੁਸ਼ਲਪਾਲ ਸਿੰਘ ਜੀ ਨੇ ਕੀਤੀ ਹੈ, ਅਸੀਂ ਬੜੇ ਰਿਣੀ ਹੈ ਕਿ ਹੁਣ ਇਲੈਕਸ਼ਨਾਂ ਦੇ ਰਿਜ਼ਲਟ ਨਿਕਲਣ ਵਾਲੇ ਹੈ। ਪਰ ਸਾਨੂੰ ਇਹ ਨਹੀਂ ਪਤਾ ਕਿ ਜਿਹੜੀਆਂ EVM ਮਸ਼ੀਨਾਂ ਹੈਗੀਆਂ ਇਹ ਸਾਡੇ ਮਸਲੇ ਦੇ ਵਿੱਚ ਅਸਲੀ ਗਿਣਤੀ ਦੇਣਗੀਆਂ ਕਿ ਨਹੀਂ ਦੇਣਗੀਆਂ। ਕਿਉਂ ਕਰਕੇ ਸਾਡਾ ਸਿੱਖਾਂ ਦਾ ਨੁਮਾਇੰਦਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਹੈ ਨਹੀਂਗਾ, ਨਾ ਸੁਪਰੀਮ ਕੋਰਟ ਦੇ ਵਿੱਚ ਹੈਗਾ, ਨਾ ਜਿੰਨੇ ਸੂਬਿਆਂ ਦੇ ਹਾਈ ਕੋਰਟ ਨੇ ਉੱਥੇ ਵੀ ਚੀਫ ਜਸਟਿਸ ਸਿੱਖ ਹੈ ਨਹੀਂਗਾ, ਕੋਈ ਗਵਰਨਰ ਸਿੱਖਾਂ ਦਾ ਨਹੀਂ ਹੈ। ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਹੁਣ ਕਹੀਏ ਕਿ ਇਹ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ ਤਾਂ ਫਿਰ ਦਲੀਲ ਦੇ ਨਾਲ ਪ੍ਰੈਸ ਨੂੰ ਮੰਨਣਾ ਚਾਹੀਦਾ ਕਿ ਖਾਲਿਸਤਾਨ ਦੀ ਮੰਗ ਕਰਨੀ ਬਿਲਕੁਲ ਜਾਇਜ਼ ਹੈ। ਹਿੰਦੂ ਰਾਸ਼ਟਰ ਦੇ ਨੀਚੇ ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ, ਨਾ ਰੰਗਰੇਟਾ ਸਿੱਖ, ਨਾ ਕੋਈ ਟਰਾਈਬਲ ਬੰਦਾ ਰਹਿ ਸਕਦਾ ਹੈਗਾ। ਸੋ ਇਹ ਲੈਜਿਟਮਾਈਜ਼ ਕਰਤਾ ਹੈ ਕਿ ਜੇ ਹਿੰਦੂ ਰਾਸ਼ਟਰ ਹੈ ਤੇ ਫਿਰ ਖਾਲਿਸਤਾਨ ਵੀ ਹੈ। ਇਹਦੇ ਤੇ ਕਿਸੇ ਹਿੰਦੂ ਨੂੰ ਡਰਨ ਨਹੀਂ ਲੱਗਣ ਦੇਣਾ। ਕਿਉਂ ਕਰਕੇ ਜੇ ਅਸੀਂ ਸਿੱਖ 75 ਸਾਲ ਹਿੰਦੂਤਵਾ ਦੇ ਰਾਜ ਦੇ ਵਿੱਚ ਰਹੇ ਹੈ ਤੇ ਫਿਰ ਸਾਡੇ ਹਿੰਦੂ ਵੀਰ ਵੀ ਬੜੀ ਆਸਾਨੀ ਦੇ ਨਾਲ ਖਾਲਿਸਤਾਨ ਦੇ ਵਿੱਚ ਆਪਣੀ ਜ਼ਿੰਦਗੀ ਬਰਾਬਰ ਦੀ ਬਤੀਤ ਕਰ ਸਕਦੇ ਹੈ। ਸੋ ਅੱਜ ਤੋਂ ਇਹ ਪ੍ਰੋਪੇਗੈਂਡਾ ਖਾਲਿਸਤਾਨ ਦੇ ਵਿਰੁੱਧ ਖਤਮ ਹੋ ਜਾਣਾ ਚਾਹੀਦਾ ਹੈ। ਕਿਉਂ ਕਰਕੇ ਇੱਕ ਪਾਸੇ ਹਿੰਦੂ ਰਾਸ਼ਟਰ ਹੈ, ਦੂਜੇ ਪਾਸੇ ਸਿੱਖਾਂ ਨੂੰ ਆਪਣਾ ਰਾਸ਼ਟਰ ਚਾਹੀਦਾ ਹੈ। ਤੇ ਇਹਦਾ ਮਤਲਬ ਹੈ ਕਿ ਇਹ ਜਾਇਜ਼ ਡਿਮਾਂਡ ਅੱਜ ਆਪ ਹੀ ਹਿੰਦੂ ਰਾਸ਼ਟਰ ਨੇ ਕਰਤੀ ਹੈ ਤੇ ਇਹ ਸਾਰੀ ਗੱਲ ਅੱਜ ਇੱਥੇ ਹੋਈ ਹੈ। ਹੁਣ ਤੁਸੀਂ ਕੁਝ ਪੁੱਛ ਸਕਦੇ ਹੋ। ਮਾਨ ਸਾਹਿਬ, ਤੁਸੀਂ ਆਪਣਾ ਹਿੰਦੂ ਰਾਸ਼ਟਰ ਤੇ ਖਾਲਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਹੈ ਜੀ, ਤੇ ਰਿਲੀਜੀਅਸ ਫਰੀਡਮ ਦੇ ਉੱਤੇ ਅੱਜ ਸਾਰੀ ਟਾਕ ਹੋਈ ਹੈ। ਤਾਂ ਤੁਸੀਂ ਕੀ ਦੇਖਦੇ ਹੋ ਜਦੋਂ ਤੁਸੀਂ ਹਿੰਦੂਆਂ ਦਾ ਹਵਾਲਾ ਦਿੱਤਾ, ਜਦੋਂ ਤੁਸੀਂ ਖਾਲਿਸਤਾਨ ਦਾ ਪੋਲੀਟੀਕਲ ਇੱਕ ਆਪਣਾ ਏਜੰਡਾ ਲੈ ਕੇ ਜਾਂਦੇ ਹੋ ਤਾਂ ਜਿਹੜੇ ਮੁਸਲਿਮ ਨੇ ਉਹ ਤੁਹਾਡੇ ਸਾਂਝੇ ਮੁਹਾਜ਼ ਦੇ ਵਿੱਚ ਕਿਵੇਂ ਸ਼ਾਮਲ? ਮਲੇਰਕੋਟਲੇ ਦੇ ਵਿੱਚ ਜਿਹੜੇ ਨਵਾਬ ਸ਼ੇਰ ਖਾਨ ਸਾਹਿਬ ਸੀਗੇ, ਉਹਨਾਂ ਨੇ ਸੂਬੇ ਦੇ ਸਰਹੰਦ ਦੇ ਸੂਬੇ ਨੂੰ ਕਿਹਾ ਸੀਗਾ ਕਿ ਨੌਜਵਾਨ ਮਾਸੂਮ ਬੱਚਿਆਂ ਨੂੰ ਇਸਲਾਮ ਇਜਾਜ਼ਤ ਨਹੀਂ ਦਿੰਦੀ ਕਿ ਬਾਬਾ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਨੂੰ ਨੀਹਾਂ ਦੇ ਵਿੱਚ ਚੁਣ ਦਿਓ। ਉਸ ਤੋਂ ਬਾਅਦ ਤੁਸੀਂ ਹਫੜਾ ਦਫੜੀ ਈਸਟ ਤੇ ਵੈਸਟ ਪੰਜਾਬ ਦੇ ਵਿੱਚ ਪਈ ਹੈ, ਪਰ ਕਿਸੇ ਵੀ ਮੁਸਲਮਾਨ ਦਾ ਵਾਲ ਜਿਹੜਾ ਮਲੇਰਕੋਟਲੇ ਦਾ ਰਾਜ ਸੀ ਉਹਦੇ ਵਿੱਚ ਵਿੰਗਾ ਨਹੀਂ ਹੋਣ ਦਿੱਤਾ। ਅਸੀਂ ਹਿੰਦੂਆਂ ਦੇ ਵੀ ਭਰਾ ਹੈ, ਮੁਸਲਮਾਨਾਂ ਦੇ ਵੀ ਭਰਾ ਹੈ, ਪਰ ਅਸੀਂ ਕਦੇ ਮੁਗਲ, ਅਫਗਾਨ, ਅੰਗਰੇਜ਼ ਤੇ ਹਿੰਦੂਤਵਾ ਦੇ ਰਾਜ ਦੇ ਥੱਲੇ ਨਾ ਅਸੀਂ ਰਹੇ ਹੈ, ਨਾ ਅਸੀਂ ਰਹਿਣਾ ਚਾਹੁੰਦੇ ਹਾਂ। ਮਾਨ ਸਾਹਿਬ, ਚੋਣ ਮਾਹੌਲ ਇਸ ਵਾਰੀ ਥੋੜਾ ਅਲੱਗ ਕਿਸਮ ਦਾ ਸੀ, 5-6 ਤਰ੍ਹਾਂ ਮੈਦਾਨ 'ਚ ਸੀ। ਇੱਕ ਇਹ ਚਰਚਾ ਹੁਣ ਤੱਕ ਕਿ ਬਦਲਾਅ ਦੇ ਨਾਂ ਤੇ ਲੋਕਾਂ ਨੇ ਵੋਟਾਂ ਪਾਈਆਂ ਨੇ, ਤੁਹਾਨੂੰ ਕੀ ਨਜ਼ਰ ਆਉਂਦਾ ਕਿ ਕਿਹਦੀ ਸਰਕਾਰ ਬਣ ਸਕਦੀ?
ਇਹ ਜਿਹੜੇ ਤੁਸੀਂ ਜਰਨਲਿਸਟ ਹੋ ਨਾ, ਇਹ ਜੜ ਤੱਕ ਤਾਂ ਤੁਹਾਡਾ ਕੰਮ ਹੈਗਾ, ਸਾਡਾ ਕੰਮ ਹੈ ਲੜਨਾ। ਅਸੀਂ ਲੜ ਲਏ ਹੈ। ਹੁਣ ਤੁਸੀਂ ਦੱਸੋ ਕਿਹੜੀ ਪਾਰਟੀ ਦਾ ਸਰਕਾਰ ਆਊਗੀ, ਤੇ ਜੇ ਬੀਜੇਪੀ ਤੇ ਉਹਨਾਂ ਦੇ ਨਾਲ ਦਿਆਂ ਦੀ ਸਰਕਾਰ ਨਾ ਆਈ ਤਾਂ ਫਿਰ ਸੈਂਟਰ ਸ਼ਾਇਦ ਇੱਥੇ ਪ੍ਰੈਜ਼ੀਡੈਂਟਸ ਰੂਲ ਕਰਦੇ, ਕਿਉਂ ਕਰਕੇ ਸਿੱਖਾਂ ਦੇ ਉੱਤੇ ਬੀਜੇਪੀ RSS ਦਾ ਅਤਬਾਰ ਹੈ ਨਹੀਂਗਾ। ਤੁਹਾਡੀ ਗੱਲ ਠੀਕ ਹੈ, ਜਰਨਲਿਸਟਾਂ ਦਾ ਕੰਮ ਆ, ਪਰ ਜਿਹੜਾ ਲੜਦਾ ਉਹ ਵੀ ਸੋਚਦਾ ਹੁੰਦਾ ਹੈ ਕਿ ਅਸੀਂ ਕਿੱਥੇ ਜੇ ਖੜੇ। ਅਸੀਂ ਤਾਂ ਲੜਦੇ ਹਾਂ ਜੀ ਬਸ, ਬਾਕੀ ਰਿਜ਼ਲਟ ਤੁਸੀਂ ਕੱਢੋ ਹੁਣ ਕੱਟਾ ਕੱਟੀ। ਮੁੱਖ ਮੁੱਦਾ ਕੀ ਰਹੇਗਾ ਹਾਂ ਹੈ ਵਿਧਾਨ ਸਭਾ ਦੇ ਵਿੱਚ ਮੁੱਖ ਮੁੱਦਾ ਕੀ ਹੋਵੇਗਾ? ਮੇਰਾ ਜਿਹੜੇ ਜਿੱਤ ਕੇ ਤੁਸੀਂ ਉੱਥੇ ਗਏ ਅਸੈਂਬਲੀ 'ਚ, ਮੈਂ ਦੱਸ ਰਿਹਾ, ਪੰਡਤਾਣੀ ਇੰਦਰਾ ਗਾਂਧੀ ਜੀ ਨੇ 60 ਸਾਲ ਪਹਿਲਾਂ ਅਨਾਉਂਸ ਕੀਤਾ ਸੀ ਕਿ ਅਸੀਂ ਰੋਟੀ ਕੱਪੜਾ ਮਕਾਨ ਦੇਵਾਂਗੇ। ਹੁਣ ਤੁਸੀਂ ਦੱਸੋ ਗਰੀਬਾਂ ਦੇ ਕੋਲੇ ਰੋਟੀ ਕੱਪੜਾ ਮਕਾਨ ਅਜੇ ਤੱਕ ਹੈਗਾ? ਜਿਹੜਾ ਕੁਛ ਮੈਂ ਦੇਖਿਆ ਹੈ, ਗਰੀਬ ਆਦਮੀ ਦੇ ਕੋਲੇ ਇੱਕ ਘਰ ਦੇ ਵਿੱਚ ਇੱਕ ਵੱਡਾ ਕਮਰਾ ਹੈ, ਉਹਦੇ ਵਿੱਚ ਮੀਆਂ ਬੀਬੀ ਆਪ ਸੌਂਦੇ ਹੈ, ਉਹਨਾਂ ਦਾ ਮੁੰਡਾ ਤੇ ਨੂੰਹ ਉਸੇ ਕਮਰੇ 'ਚ ਸੌਂਦੀ ਹੈ, ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹ ਵੀ ਉਸੇ ਕਮਰੇ 'ਚ ਸੌਂਦੇ ਹੈ, ਸਿਆਲਾਂ ਦੇ ਵਿੱਚ ਜੇ ਠੰਡ ਪੈ ਜੇ ਤਾਂ ਮੱਝ ਵੀ ਉਸੇ ਕਮਰੇ 'ਚ ਆਉਂਦੀ ਹੈ। ਹੁਣ ਤੁਸੀਂ ਦੱਸੋ ਕਿ ਜਿਹੜੇ ਵਾਅਦੇ ਹਿੰਦੁਤਵਾ ਇੰਦਰਾ ਗਾਂਧੀ ਨੇ ਕੀਤੇ ਹੈ, ਉਦੋਂ ਬਾਅਦ ਵੀ ਹਿੰਦੁਤਵਾ ਦਾ ਰਾਜ ਰਿਹਾ ਹੈ ਕਿ ਇਹ ਗਰੀਬਾਂ ਦੀ ਮੰਗ ਅਜੇ ਤੱਕ ਪੂਰੀ ਕੀਤੀ ਹੈ ਕਿ ਨਹੀਂ? ਇਹ ਸਭ ਤੋਂ ਵੱਡਾ ਵਿਸ਼ਾ, ਜੇ ਮੈਂ ਅਸੈਂਬਲੀ 'ਚ ਗਿਆ, ਇਹ ਉੱਥੇ ਅਸੀਂ ਚੱਕਾਂਗੇ ਕਿ ਕਿਹੜੇ ਕਿਹੜੇ ਵਾਅਦੇ ਕਰਦੇ ਰਹੇ ਹੋ। ਤੇ ਅਜੇ ਤੱਕ ਇੰਦਰਾ ਗਾਂਧੀ ਜੀ, ਜਿਹਨੂੰ ਅਡਵਾਨੀ ਜੀ ਨੇ ਕਿਹਾ ਸੀਗਾ ਕਿ ਬਲੂ ਸਟਾਰ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ, ਤੇ ਵਾਜਪਾਈ ਸਾਹਿਬ ਨੇ ਕਿਹਾ ਸੀ ਇੰਦਰਾ ਗਾਂਧੀ ਹੁਣ ਸਾਡੀ ਦੁਰਗਾ ਮਾਤਾ ਹੈਗੀ ਹੈ। ਫਿਰ ਦੁਰਗਾ ਮਾਤਾ ਦੀ ਗੱਲ ਅਜੇ ਤੱਕ ਆਪਾਂ ਨੇ ਕਿਉਂ ਨਹੀਂ ਅਪਣਾਈ? ਕਿਉਂ ਰੋਟੀ ਕੱਪੜਾ ਮਕਾਨ ਸਾਡੇ ਗਰੀਬਾਂ ਦੇ ਕੋਲੇ ਕਿਉਂ ਨਹੀਂ ਹੈ? ਬਾਲ ਸਾਹਿਬ, ਹੁਣੇ ਤੁਸੀਂ ਸਿੱਖ ਰਾਜ ਦੀ ਗੱਲ ਕੀਤੀ ਹੈ ਤਾਂ ਵੀ ਉਹ ਖਾਲਿਸਤਾਨ ਦੇ ਨਾਮ ਦੇ ਹੇਠ ਹੋਵੇ, ਉਹਦੇ ਵਿੱਚ ਤੁਸੀਂ ਕਿਹਾ ਵੀ ਮੁਸਲਮਾਨ ਵੀ ਹਿੰਦੂ ਵੀ ਸਾਰੇ ਫਿਰਕੇ ਵੀ ਬਹੁਤ ਵਧੀਆ ਤਰੀਕੇ ਨਾਲ ਰਹਿਣਗੇ। ਇੱਕ ਐਗਜ਼ਾਮਪਲ ਵੀ ਹੈਗਾ ਖਾਲਸੇ ਦੇ ਕੋਲ, ਖਾਲਸਾ ਰਾਜ ਸੀਗਾ, ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀਗਾ, ਪਰ ਕਿਉਂ ਅੱਜ ਅਸੀਂ ਵੇਖਦੇ ਹਾਂ ਕਿ ਉਹ ਲੋਕਾਂ ਦੇ ਵਿੱਚ ਵਿਸ਼ਵਾਸ ਨਹੀਂ ਦਵਾ ਪਾਏ ਹੈਗੇ ਆ ਵੀ ਖਾਲਸਾ ਰਾਜ ਜੇ ਆਊਗਾ ਤਾਂ ਸਾਰੇ ਫਿਰਕੇ ਜਿਹੜੇ ਹੈਗੇ ਆ ਉਹ ਪ੍ਰਫੁੱਲਤ ਹੋਣਗੇ, ਜਦਕਿ ਸਾਡੇ ਕੋਲ ਤਾਂ ਐਗਜ਼ਾਮਪਲ ਵੀ ਹੈਗਾ ਖਾਲਸਾ ਰਾਜ ਦਾ। ਸਰ ਸਾਹਿਬ, ਜਿਹੜੇ ਰਾਜ ਕਰਨ ਵਾਲੇ ਹੁੰਦੇ ਹੈ ਉਹ ਆਪਣਾ ਰਾਜ ਕਦੇ ਤੋੜਨ ਦੇ ਹੱਕ 'ਚ ਨਹੀਂ ਹੁੰਦੇ। ਇਹ ਹਿਸਟਰੀ ਹੈ ਕਿ ਜਿਹੜਾ ਰਾਜ ਹੁੰਦਾ ਹੈ ਉਸ ਨੂੰ ਦਬਾਉਂਦੇ ਹੈ, ਮਾਰਦੇ ਹੈ, ਕਰਦੇ ਹੈ, ਟੁੱਟਣ ਨਹੀਂ ਦਿੰਦੇ। ਤੇ ਫਿਰ ਸਾਡੇ ਹਿੰਦੂ ਭਰਾ ਕਿਵੇਂ ਸਾਡੇ ਨਾਲ ਸਹਿਮਤ ਹੋ ਜਾਣਗੇ? ਤੁਸੀਂ ਆਪ ਦੱਸ ਦਿਓ, ਤੁਸੀਂ ਆਪ ਦੱਸੋ ਕਿਵੇਂ ਸਹਿਮਤ ਹੋਣਗੇ? ਮਾਨ ਸਾਹਿਬ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਕਿ ਵਿਸ਼ਵਾਸ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਇਮੇਜ ਸੀਗੀ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਘਾਟ ਹੈਗੀ ਕਿ ਇੱਕ ਆਗੂ ਜਿਹਨੂੰ ਵੇਖਦੇ ਕਿ ਅੱਗੇ ਸਾਹਮਣੇ ਨਜ਼ਰ ਨਹੀਂ ਆਉਂਦਾ? ਜਦ ਦਾ ਹਿੰਦੂ ਨੂੰ ਰਾਜ 1947 ਤੋਂ ਮਿਲਿਆ, ਇਹ ਘੱਟ ਗਿਣਤੀ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ। ਇਹ ਕਹਿੰਦਾ ਕਿ ਘੱਟ ਗਿਣਤੀ ਮੇਰੇ ਨਾਲ ਚੱਲੇ। ਜਦੋਂ ਇਹੋ ਜਿਹਾ ਰਵੱਈਆ ਰਾਜ ਕਰਨ ਵਾਲੀ ਕੌਮ ਦੇ ਵਿੱਚ ਹੋ ਜੇ ਤਾਂ ਫਿਰ ਘੱਟ ਗਿਣਤੀ ਵੱਧ ਗਿਣਤੀ ਦੇ ਨਾਲ ਨਹੀਂ ਰਹਿ ਸਕਦੀ। ਮੈਂ ਤੁਹਾਨੂੰ ਦੱਸਿਆ, ਨਾ ਸੁਪਰੀਮ ਕੋਰਟ, ਨਾ ਮੋਦੀ ਦੀ ਕੈਬਨਿਟ, ਨਾ ਕਿਸੇ ਸੂਬੇ ਦੇ ਵਿੱਚ ਕੋਈ ਸਿੱਖ ਜਾਂ ਮੁਸਲਮਾਨ ਦਾ ਨਿਸ਼ਾਨ ਨਹੀਂ ਰਿਹਾ। ਮਾਨ ਸਾਹਿਬ, ਅਮਰਗੜ੍ਹ ਦੇ ਲੋਕਾਂ ਦੀ ਆਵਾਜ਼ ਹੈ ਕਿ ਤੁਸੀਂ MLA ਬਣ ਕੇ ਅਸੈਂਬਲੀ 'ਚ ਜਾ ਰਹੇ ਹੋ ਪੰਜਾਬ ਦੇ। ਜਿਵੇਂ 1999 ਦੇ ਵਿੱਚ ਤੁਸੀਂ ਪਾਰਲੀਮੈਂਟ ਦੇ ਵਿੱਚ ਗਏ ਸੀ, ਉੱਥੇ ਤੁਸੀਂ ਕਿਰਪਾਨ ਦਾ ਮੁੱਦਾ ਰੱਖ ਦਿੱਤਾ ਸੀ। ਕੀ ਅਸੈਂਬਲੀ 'ਚ ਵੀ ਅੱਜ ਜਾਣ ਤੋਂ ਬਾਅਦ, ਕਸਮ ਲੈਣ ਤੋਂ ਬਾਅਦ ਜਾਂ ਕਸਮ ਲੈਣ ਤੋਂ ਪਹਿਲਾਂ ਆਪਣੀ ਕਿਰਪਾਨ ਦਾ ਹੀ ਮੁੱਦਾ ਇੱਥੇ ਵੀ ਰੱਖੋਗੇ? ਪੰਡਿਤ ਜੀ, ਵੱਧ ਗਿਣਤੀ ਹਿੰਦੂ ਜੇ ਮੈਨੂੰ ਕਹੂਗਾ ਕਿ ਸਿਮਰਨਜੀਤ ਸਿੰਘ ਮਾਨ ਤੂੰ ਸਿੱਖ ਹੈ, ਕੌਨਸਟੀਟਿਊਸ਼ਨ ਦੀ ਆਰਟੀਕਲ 25 ਕਹਿੰਦੀ ਹੈ ਕਿ a Sikh can
wear his kirpan and carry his kirpan, फिर मैं लेके जाऊंगा। पर जे हिंदू कौम मैनू नहीं ऑफर करूगी, मैं हिंदू कौम की जलालत झल्लण दे लई तैयार नहीं होऊंगा। ਇਹ ਤਾਂ ਤੁਸੀਂ ਕੌਮ ਦੀ ਗੱਲ ਕੀਤੀ, ਤੁਸੀਂ ਕਨਸਟੀਟਿਊਸ਼ਨਲੀ ਇਲੈਕਟ ਹੋ ਕੇ ਜਾਓਗੇ। ਮੇਰਾ ਸਵਾਲ ਇਹ ਹੈ, ਪਹਿਲਾਂ ਵੀ ਮੈਂ ਕਨਸਟੀਟਿਊਸ਼ਨਲੀ ਇਲੈਕਟ ਹੋ ਕੇ ਗਿਆ ਸੀ ਤੇ ਮੈਨੂੰ ਪਾਰਲੀਮੈਂਟ ਦੇ ਵਿੱਚ ਵੜਨ ਨਹੀਂ ਸੀ ਦਿੱਤਾ। ਉਹਦੇ ਵਿੱਚ ਤਾਂ ਮੇਜਰਮੈਂਟ ਸੀ ਕਿਰਪਾਨ ਦਾ, ਤੁਸੀਂ ਕਹਿੰਦੇ ਸੀ ਵਾਧੂ ਲੰਬੀ ਲੈ ਕੇ ਜਾਣਾ ਤੇ ਉਹ ਕਹਿੰਦੇ ਸੀ 6 ਇੰਚ ਦੀ ਲਊ। ਨਹੀਂ ਪੰਡਿਤ ਜੀ, there is no restriction in the constitution. If the constitution says you can wear the kirpan, which is 7 inches long, and carry the kirpan, then it is understood that this kirpan would go into parliament. ਮਾਨ ਸਾਹਿਬ 24 ਫਰਵਰੀ ਨੂੰ ਪੰਥਕ ਇਕੱਠ ਹੋਇਆ ਸੀਗਾ ਫਤਿਹਗੜ੍ਹ ਸਾਹਿਬ, ਤੁਸੀਂ ਐਡਰੈਸ ਕੀਤਾ ਸੀ ਉੱਥੇ, ਤੁਸੀਂ ਅੱਜ ਵੀ ਐਡਰੈਸ ਕੀਤਾ। ਦੋ ਮੁੱਦੇ ਤੁਸੀਂ ਛੋਏ ਸੀਗੇ, ਇੱਕ ਜਿਹੜੇ ਸਰਦਾਰ ਸੰਦੀਪ ਸਿੰਘ ਦੀਪ ਸਿੱਧੂ ਨੇ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਉਹਦੀ ਜਾਂਚ ਦੀ ਤੁਸੀਂ ਗੱਲ ਕੀਤੀ ਸੀ। ਦੂਸਰਾ ਇਹ ਗੱਲ ਹੈ ਕਿ ਜਿਹੜੀ ਬਲੂ ਪ੍ਰਿੰਟ ਦੀ ਗੱਲ ਹੈ, ਕਿੰਨਾ ਵੱਡਾ ਪੰਥਕ ਇਕੱਠ ਹੋਇਆ ਤਾਂ ਇਹ ਮੰਨਿਆ ਜਾ ਰਿਹਾ ਕਿ ਬਲੂ ਪ੍ਰਿੰਟ ਨਹੀਂ ਉੱਥੋਂ ਦਿੱਤਾ ਗਿਆ ਸਟੇਜ ਤੋਂ ਕਿ ਅੱਗੋਂ ਅਗਵਾਈ ਕੀ ਹੋਵੇ। ਤੇ ਹੁਣ ਜਿਹੜਾ ਤੁਸੀਂ ਅੱਗੋਂ ਇਕੱਠ ਕਰਨ ਜਾ ਰਹੇ ਹੋ ਉਹਦੇ ਵਿੱਚ ਕੌਮ ਨੂੰ ਕੋਈ ਬਲੂ ਪ੍ਰਿੰਟ ਉਸ ਚੀਜ਼ ਦਾ ਦੇ ਰਹੇ ਹੋ। ਦੂਸਰਾ ਜਿਹੜੀ ਵਾਰਿਸ ਪੰਜਾਬ ਦੇ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਨਾਲ ਤੁਹਾਡੀ ਕੋਈ ਐਸੋਸੀਏਸ਼ਨ ਹੈ ਜਾਂ ਉਹ ਸੈਪਰੇਟ ਤੌਰ ਤੇ ਆਪਣਾ ਕੰਮ? ਜੇ ਤੁਸੀਂ ਉੱਥੇ ਸੁਣਦੇ ਹੋਵੋਗੇ, ਮੈਂ ਆਪਣੀ ਸਪੀਚ ਨੂੰ ਕਿਹਾ ਕਿ ਸਿੱਧੂ ਸਾਹਿਬ ਦੇ ਪਰਿਵਾਰ ਨੂੰ ਤੇ ਇਹਨਾਂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਬਿਲਕੁਲ ਸਤਿਕਾਰ ਨਾਲ ਲੈ ਕੇ ਚੱਲਾਂਗੇ। ਤੇ ਜੇ ਤੁਸੀਂ ਇਸ ਨੂੰ ਸੁਣ ਲੈਂਦੇ, ਇਹ ਸਵਾਲ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਸੀ। ਨਹੀਂ, ਬਲੂ ਪ੍ਰਿੰਟ ਤਾਂ ਆਇਆ ਨਹੀਂ ਨਾ ਜੀ। ਬਲੂ ਪ੍ਰਿੰਟ ਕੀ ਹੈ ਜੀ? ਜੇ ਉੱਥੇ ਇਕੱਠ ਹੋਇਆ, ਲੋਕਾਂ ਦਾ ਰੋਸ ਤਾਂ ਸੀਗਾ, ਤਾਂ ਕੋਈ ਬਲੂ ਪ੍ਰਿੰਟ ਉਹਨਾਂ ਨੂੰ ਮਿਲਿਆ ਨਹੀਂ? ਕਿਉਂ ਨਹੀਂ ਮਿਲਿਆ? ਬਿਲਕੁਲ ਮਿਲ ਗਿਆ। ਯੂਨਿਟੀ ਹੋ ਗਈ ਸਾਰਿਆਂ ਦੀ। ਜਿਹੜੇ ਆਜ਼ਾਦੀ ਦੇ ਵਿੱਚ ਨਹੀਂ ਮੰਨਦੇ, ਬਾਦਲ ਕੇ, कैप्टन के, ढींसे के, आम आदमी पार्टी के, SGPC के, दमदमी टकसाल के, उत्थे आए नहीं। तो मेरा मतलब है majority सिखा ने कहता कि असी जिहड़ी सोच संत जरनैल सिंह भिंडरां वालियां दी सी, सिद्धू साहब दी सी आज़ादी दी, असी उहदे ते ਚੱਲਣ ਨੂੰ ਤਿਆਰ ਹਾਂ। ਉਹਨਾਂ ਦਾ ਉਹ ਬਲੂਪ੍ਰਿੰਟ ਹੀ ਪੁੱਛ ਰਿਹਾ, ਬਲੂਪ੍ਰਿੰਟ ਕੀ ਹੋਵੇ ਕਨਸਟੀਟਿਊਸ਼ਨ ਕੇ ਤੁਸੀਂ ਕਿਰਪਾਨ ਕੈਰੀ ਕਰ ਸਕਦੇ ਹੋ। ਹਾਂਜੀ, ਅੱਜਕੱਲ ਅਸੀਂ ਵੇਖਦੇ ਹੈਗੇ ਤੁਹਾਨੂੰ ਤਾਂ ਕਿਰਪਾਨ ਲੈ ਕੇ ਰੋਕਿਆ ਸੀਗਾ, ਪਰ ਜਿਹੜੇ ਅੱਜਕੱਲ ਬੱਚੇ ਹੈਗੇ ਉਹਨਾਂ ਨੂੰ ਕਿਸੇ ਨੂੰ ਐਗਜ਼ਾਮ ਦੇ ਵਿੱਚ ਕੜਾ ਨਹੀਂ ਪਾਉਣ ਦਿੱਤਾ ਜਾਂਦਾ ਹੈ ਕਿ ਕਿਸੇ ਨੂੰ ਜਿਹੜੀ ਅਸੀਂ ਕੈਰੀ ਕਰਦੇ ਹਾਂ ਕਿਰਪਾਨ ਨਹੀਂ ਦਿੱਤੀ ਜਾਂਦੀ। ਤੇ ਇਹਦੇ ਵਿੱਚ ਤੁਸੀਂ ਕੀ ਕਨਸਟੀਟਿਊਸ਼ਨਲੀ ਤੁਸੀਂ ਕਹਿੰਦੇ ਹੋ ਕਿ ਇਹ ਜਾਇਜ਼ ਹੈਗਾ? ਅਸੀਂ ਵੇਖਿਆ ਲਿਖਿਆ ਵੀ ਹੈਗਾ ਤੇ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਇਹ ਮਾਮਲਾ ਗਿਆ ਤੇ ਉਹਨਾਂ ਨੇ ਜੱਜਿਸ ਦਾ ਕੀ ਰੁਖ ਸੀਗਾ? मेरा कहने का मतलब है कि ये मेजोरिटेरियनिज़म, हिंदुत्व, हिंदू राष्ट्र इड्डा तकड़ा हो गया है कि अपनी बीबी नूं करनाटक दे विच एक बच्ची नूं अपना इत्थे पटका नहीं पहनन दिता ते मुसलमान बीबियां नूं हजाब नहीं पहनन दिता। सिख ते मुसलमान नूं एक समझते है। ते होर तुसीं मैनूं पुछो कि जदों असीं कहता है कि जे असी हिंदुत्व नूं नहीं सिखाउंदे, फिर साडा हक होना चाहिए डेमोक्रेटिकली कि असी अलहदा हो जाइए। नहीं सर, ये तो चलो ठीक है, ये भी थोड़ी गल ठीक हैगी, जाए सर तुसीं अपने मानते हो, पर तुसीं इहदे लई हाई कोर्ट या सुप्रीम कोर्ट दे विच अपील पाई भी इस तरीके नाल सिखां दे नाल हो रहा है कि नहीं होना चाहिए, जदों कि कॉन्स्टिट्यूशन दे विच ही लिखिया होया। जदों सिखां दा जज ही किते है नहीं गा, सुप्रीम कोर्ट, हाई कोर्टां है ना, तो जिहड़ा सुप्रीम कोर्ट ने सब तो वड्डे ड्रग लॉर्ड जिहड़ा चिट्टा, समैक, हेरोइन, ये सारे पिंडां दे विच फैलाउंदा सी, उस नूं तां जमानत देती है। तो जिहड़ा MLA बलात्कार ते जबर जनाह करके आया सी, उसनूं सुप्रीम कोर्ट ने जमानत देती है, तो फिर असी की एतबार रख सकते हैं इहो जी जुडिशरी के उत्ते कि वो सिखां दे नाल इंसाफ करूगी? बरगाड़ी भी बरगाड़ी दा जज्जां ने बरगाड़ी भी
ਜਿਹੜੀ ਤਫਤੀਸ਼ ਸੀ ਉਹ ਵੀ ਰੋਕਤੀ ਹੈ। ਬਜਾਜ ਸਾਹਿਬ ਨੇ, ਸ਼ੇਖਵਤ ਸਾਹਿਬ ਨੇ, ਸਾਗਵਾਨ ਸਾਹਿਬ ਨੇ। ਹੁਣ ਜਿੰਨਾ ਚਿਰ, ਮੇਰਾ ਮਤਲਬ ਇਹ ਤਾਂ ਅਣਸਮਝ ਵਾਲਾ ਬੰਦਾ ਐਵੇਂ ਪੱਥਰਾਂ ਨਾਲ ਮੱਥਾ ਮਾਰੂ ਜੇ ਇਹਨਾਂ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਕੋਲ ਜਾਊਗਾ। ਮਾਨ ਸਾਹਿਬ, ਸੋਸ਼ਲ ਮੀਡੀਆ ਦੇ ਉੱਤੇ ਹੁਣ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਆਪਣੇ ਵੀਜ਼ਾ ਜਿਹੜੀਆਂ ਸ਼ਰਤਾਂ ਨਰਮ ਕਰ ਦਿੱਤੀਆਂ ਨੇ। ਕੀ ਜਾ ਰਹੇ ਹੋ ਯੂਕਰੇਨ ਮਾਨ ਸਿੰਘ ਮਾਨ ਉਹਨਾਂ ਨੂੰ ਨਾਲ ਲੈ ਕੇ? ਹਾਂ, ਅਸੀਂ ਜਾਵਾਂਗੇ, ਪਰ ਸਾਨੂੰ ਕੋਈ ਆਨਸਰ ਅਜੇ ਤੱਕ ਯੂਕਰੇਨ ਦੀ ਐਮਬੈਸੀ ਤੋਂ ਨਹੀਂ ਮਿਲ ਰਿਹਾ ਹੈਗਾ। ਅਸੀਂ ਰੋਜ਼ ਇਨ ਟੱਚ ਹੈਗੇ ਹਾਂ। ਉਹਨਾਂ ਦੀ ਸਰਕਾਰ ਹੈ ਨਹੀਂ ਗੀ ਯੂਕਰੇਨ ਦੇ ਵਿੱਚ, ਅਤੇ ਉਹਨਾਂ ਦੀ ਐਮਬੈਸੀ ਨਹੀਂ ਫੰਕਸ਼ਨ ਕਰ ਰਹੀ। ਅਤੇ ਜਿਹੜੀ ਤੁਸੀਂ ਨਿਊਜ਼ ਦੱਸੀ ਉਹ ਮੈਨੂੰ ਪਲੀਜ਼ ਦਿਖਾ ਦਿਓ, ਜਿਹਦੇ 'ਤੇ ਅਸੀਂ ਅੱਗੇ ਫੋਲੋ ਕਰ ਸਕੀਏ।